ਇਹ ਕਹਾਣੀ ਦੁਨੀਆ ਦੀ ਇੱਕ ਹਜ਼ਾਰਾਂ ਵਰਿਆਂ ਪੁਰਾਣੀ ਕਿਤਾਬ ਵਿੱਚ ਲਿਖੀ ਹੋਈ ਏ। ਹਰੇਕ ਅੱਖਰ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਉਹ ਸੱਚ ਤੇ ਮਬਨੀ ਏ। ਹੋ ਸਕਦਾ ਹੈ ਕਿ ਤੁਸੀਂ ਕੁਝ ਗੱਲਾਂ ਤੇ ਯਕੀਨ ਨਾ ਕਰੋ, ਪਰ ਸੱਚਾਈ ਅਕਸਰ ਫਰਜ਼ੀ ਦਾਸਤਾਨ ਤੋਂ ਵੱਖਰੀ ਹੁੰਦੀ ਏ। ਸ਼ੁਰੂ ਵਿੱਚ ਇਨਸਾਨ ਦੇ ਖਲਕ ਕੀਤੇ ਜਾਣ ਤੋਂ ਪਹਿਲਾਂ, ਆਸਮਾਨ ਜ਼ਮੀਨ ਦੇ ਬਣਨ ਤੋਂ ਵੀ ਪਹਿਲਾਂ, ਤਾਰਿਆਂ, ਵਕਤ ਤੇ ਚਾਨਣ ਦੇ ਵਜੂਦ ਆਉਣ ਤੋਂ ਪਹਿਲਾਂ ਖੁਦਾ ਦਾ ਵਜੂਦ ਸੀ। ਉਹ ਬਗੈਰ ਸ਼ੁਰੂਆਤ ਦੇ ਅਜ਼ਲੋਂ ਹੀ ਮੌਜੂਦ ਸੀ, ਪਰ ਉਹ ਇਕੱਲਾ ਨਹੀਂ ਸੀ। ਮਹਿਦੂਦ ਇਨਸਾਨ ਦੇ ਬਰਕਸ ਖੁਦਾ ਇੱਕ ਵੇਲੇ 3 ਅਫਰਾਦ ਦੇ ਤੌਰ ਤੇ ਵਾਹਦ ਮੌਜੂਦ ਹੈ। ਹਰ ਬੰਦਾ ਆਪਣੀ ਜ਼ਾਤ ਵਿੱਚ ਬਰਾਬਰ, ਮੁਸਾਵੀ, ਅਬਦੀ, ਫਿਤਰਤ ਵਿੱਚ, ਕੁਦਰਤ ਵਿੱਚ, ਅਮਲ ਵਿੱਚ ਤੇ ਮਰਜ਼ੀ ਵਿੱਚ ਸਾਵਾਂ ਹੈ। ਖੁਦਾ ਸਲੂਸ ਦੇ ਤੌਰ ਤੇ ਆਪਣੇ ਆਪ ਨਾਲ ਹਮਕਲਾਮ ਹੁੰਦਾ ਸੀ, ਪਰ ਖੁਦਾ ਆਪਣੀ ਜ਼ਿੰਦਗੀ ਵੰਡਣਾ ਚਾਹੁੰਦਾ ਸੀ। ਉਹ ਦੋਸਤ ਤੇ ਗਵਾਂਢੀ ਬਣਾਉਣਾ ਚਾਹੁੰਦਾ ਸੀ। ਬਾਈਬਲ ਬਿਆਨ ਕਰਦੀ ਹੈ ਕਿ ਖੁਦਾ ਨੇ ਮੁੜ ਤੋਂ ਕਈ ਕਿਸਮ ਦੇ ਫਰਿਸ਼ਤਿਆਂ ਨੂੰ ਖਲਕਿਆ ਤਾਂ ਜੋ ਉਹ ਉਸ ਦੇ ਤਖਤ ਦੇ ਦੁਆਲੇ ਹਮਦ ਕਰਨ। ਪਰ ਇਹਨਾਂ ਵਿੱਚੋਂ ਇੱਕ ਜੋ ਲੂਸੀਫਰ ਅਖਵਾਂਦਾ ਸੀ, ਉਸਨੇ 1/3 ਫਰਿਸ਼ਤਿਆਂ ਨਾਲ ਬਗਾਵਤ ਕੀਤੀ। ਖੁਦਾ ਨੇ ਉਹਨਾਂ ਸਭਨਾਂ ਨੂੰ ਆਸਮਾਨੋਂ ਡੇਗ ਛੱਡਿਆ ਤੇ ਲੂਸੀਫਰ ਦਾ ਨਾਮ ਬਦਲ ਕੇ ਸ਼ੈਤਾਨ ਰੱਖ ਦਿੱਤਾ। ਪਰ ਇਹ ਕਹਾਣੀ ਫਰਿਸ਼ਤਿਆਂ ਦੀ ਨਹੀਂ, ਸਗੋਂ ਉਸ ਵਿੱਚ ਖੁਦਾ ਦਾ ਇਨਸਾਨ ਦੇ ਨਾਲ ਕੰਮ ਕਰਨ ਦਾ ਜ਼ਿਕਰ ਹੈ। ਸ਼ੁਰੂਆਤ ਵਿੱਚ ਖੁਦਾ ਨੇ ਜ਼ਮੀਨ ਤੇ ਆਸਮਾਨ ਨੂੰ ਬਣਾਇਆ ਤੇ ਜ਼ਮੀਨ ਵੀਰਾਨ ਤੇ ਸੁਨਸਾਨ ਸੀ ਤੇ ਖੁਦਾ ਦੀ ਰੂਹ ਪਾਣੀ ਦੀ ਸਤ੍ਹਾ ਤੇ ਜੁੰਬਸ਼ ਕਰਦੀ ਸੀ। ਅਚਾਨਚੇਤ ਖੁਦਾ ਨੇ ਨੇਰੇ ਨੂੰ ਕਿਹਾ, ਰੌਸ਼ਨੀ ਹੋ ਜਾ। ਜਿਵੇਂ ਕਿ ਅੱਜ ਦਾ ਇਨਸਾਨ ਮਫਰੂਜ਼ੇ ਪੇਸ਼ ਕਰਦਾ ਹੈ ਕਿ ਇੰਜ ਨਹੀਂ ਹੋਇਆ। ਖਾਲਿਕ ਨੇ ਇਹ ਇਰਤਕਾਈ ਨਜ਼ਰੀਆ ਇਸਤੇਮਾਲ ਨਹੀਂ ਕੀਤਾ, ਸਗੋਂ ਖੁਦਾ ਨੇ ਕਲਾਮ ਕੀਤਾ ਤੇ ਸਭ ਸ਼ੈਵਾਂ ਵਜੂਦ ਵਿੱਚ ਆ ਗਈਆਂ। ਖੁਦਾ ਨੇ 24 ਘੰਟਿਆਂ ਦੇ 6 ਦਿਨਾਂ ਵਿੱਚ ਇਸ ਜ਼ਮੀਨ ਤੇ ਜਨੌਰਾਂ ਤੇ ਪੌਦਿਆਂ ਨੂੰ ਪੈਦਾ ਕੀਤਾ ਅਤੇ 6ਵੇਂ ਦਿਨ ਜਦ ਸ਼ੈਤਾਨ ਦੇਖ ਰਹੇ ਸਨ, ਖੁਦਾ ਨੇ ਜ਼ਮੀਨ ਦੀ ਖਾਕ ਤੋਂ ਇਨਸਾਨ ਦੇ ਜਿਸਮ ਨੂੰ ਬਣਾਇਆ ਤੇ ਫਿਰ ਮਿੱਟੀ ਦੇ ਇਸ ਜਿਸਮ ਵਿੱਚ ਆਪਣੀ ਜ਼ਿੰਦਗੀ ਦਾ ਸਾਹ ਫੂਕਿਆ ਤੇ ਇਨਸਾਨ ਜਿਉਂਦੀ ਜਾਨ ਹੋਇਆ। ਉਹ ਖੁਦਾ ਦੀ ਸ਼ਬੀਹ ਤੇ ਸੀ ਅਤੇ ਜਾਨਵਰਾਂ ਨਾਲੋਂ ਅਸ਼ਰਫ ਸੀ। ਖੁਦਾ ਨੇ ਨਵੀਂ ਮਖਲੂਕ ਨੂੰ ਇਨਸਾਨ ਕਿਹਾ ਤੇ ਉਸ ਦਾ ਨਾਂ ਆਦਮ ਰੱਖਿਆ। ਖੁਦਾ ਨੇ ਉਹਨਾਂ ਸਭਨਾਂ ਨੂੰ ਬਣਾਇਆ ਸੀ ਤੇ ਨਜ਼ਰ ਕੀਤੀ ਤੇ ਕਿਹਾ, ਇਹ ਬਹੁਤ ਚੰਗਾ ਹੈ। ਖੁਦਾ ਹਰ ਰੋਜ਼ ਆਦਮ ਨਾਲ ਗੱਲਾਂ ਕਰਦਾ ਸੀ ਅਤੇ ਜੀਵਨ ਬਹੁਤ ਵਧੀਆ ਸੀ ਤੇ ਖੁਦਾਵੰਦ ਜਨੌਰਾਂ ਤੇ ਪਖੇਰੂਆਂ ਨੂੰ ਆਦਮ ਦੇ ਸਾਹਮਣੇ ਲਿਆਇਆ ਤਾਂ ਜੋ ਉਹ ਉਹਨਾਂ ਦੇ ਨਾਂ ਰੱਖੇ। ਜਿਵੇਂ ਜਿਵੇਂ ਜਨੌਰ ਲੰਘਦੇ ਗਏ, ਆਦਮ ਨੂੰ ਅਹਿਸਾਸ ਹੋਇਆ ਕਿ ਉਹਦੇ ਕੋਲ ਉਹਦੇ ਵਾਂਗੂ ਕੋਈ ਮਦਦਗਾਰ ਨਹੀਂ ਹੈ ਤੇ ਰੱਬ ਨੇ ਕਿਹਾ, ਮੈਂ ਆਦਮ ਲਈ ਉਸ ਦੀ ਮਾਨੰਦ ਇੱਕ ਮਦਦਗਾਰ ਬਣਾਵਾਂਗਾ। ਖੁਦਾਵੰਦ ਖੁਦਾ ਨੇ ਆਦਮ ਤੇ ਗਹਿਰੀ ਨੀਂਦ ਭੇਜੀ ਤਦ ਉਸਨੇ ਉਸ ਦੀਆਂ ਪਸਲੀਆਂ 'ਚੋਂ ਇੱਕ ਨੂੰ ਕੱਢ ਲਿਆ। ਖੁਦਾ ਉਸ ਪਸਲੀ ਤੋਂ ਇੱਕ ਖੂਬਸੂਰਤ ਔਰਤ ਬਣਾ ਕੇ ਆਦਮ ਦੇ ਕੋਲ ਲਿਆਇਆ ਤਾਂ ਜੋ ਉਸ ਦੇ ਨਾਲ ਮੁਹੱਬਤ ਕਰਨ ਵਾਲੀ ਮਦਦਗਾਰ ਹੋਵੇ। ਖੁਦਾ ਨੇ ਆਦਮ ਨੂੰ ਜਗਾਇਆ ਤੇ ਔਰਤ ਨੂੰ ਆਦਮ ਦੇ ਕੋਲ ਲਿਆਇਆ ਤੇ ਉਹਨਾਂ ਨੂੰ ਆਖਿਆ ਕਿ ਵਧੋ ਫਲੋ ਤੇ ਜ਼ਮੀਨ ਨੂੰ ਮਾਮੂਰ ਤੇ ਮਹਕੂਮ ਕਰੋ। ਤੇ ਆਦਮ ਨੇ ਆਪਣੀ ਖੂਬਸੂਰਤ ਬੀਵੀ ਦਾ ਨਾਂ ਹਵਾ ਰੱਖਿਆ। ਆਦਮ ਤੇ ਹਵਾ ਦੋਵੇਂ ਨੰਗੇ ਸਨ, ਪਰ ਉਹ ਬਾਲਾਂ ਵਾਂਗੂ ਆਪਣੇ ਨੰਗੇਪਨ ਤੋਂ ਨਾ ਵਾਕਿਫ ਸਨ। ਇਹ ਮੇਰੀ ਹੱਡੀਆਂ 'ਚੋਂ ਹੱਡੀ ਤੇ ਮੇਰੇ ਗੋਸ਼ਤ ਤੋਂ ਗੋਸ਼ਤ ਹੈ। ਸ਼ੈਤਾਨ ਨੇ ਇਹ ਸਭ ਕੁਝ ਵੇਖਿਆ। ਉਹ ਬਾਗੇ ਅਦਨ ਵਿੱਚ ਬਹੁਤ ਖੁਸ਼ ਸਨ। ਕਿਸੇ ਤਰ੍ਹਾਂ ਦਾ ਵੀ ਗੁਨਾਹ ਤੇ ਭੁੱਖ ਨਹੀਂ ਸੀ, ਨਾ ਬਹੁਤ ਠੰਡ ਸੀ ਨਾ ਗਰਮੀ। ਪਰਮੇਸ਼ਵਰ ਨੇ ਉਹਨਾਂ ਰੁੱਖਾਂ ਦੇ ਬਾਰੇ ਵਿੱਚ ਹੁਕਮ ਦਿੱਤਾ, ਤੁਸੀਂ ਬਾਗ ਦੇ ਹਰ ਦਰਖਤ ਦਾ ਫਲ ਖਾ ਸਕਦੇ ਹੋ, ਪਰ ਜਿਹੜਾ ਰੁੱਖ ਬਾਗ ਦੇ ਵਿਚਕਾਲੇ ਹੈ ਉਸ ਦਾ ਫਲ ਕਦੇ ਨਾ ਖਾਣਾ, ਕਿ ਜਿਸ ਦਿਹਾੜੇ ਖਾਓਗੇ ਤੁਸੀਂ ਮਰ ਜਾਓਗੇ। ਸ਼ੈਤਾਨ ਖੁਦਾ ਦਾ ਵੈਰੀ ਸੀ। ਉਹ ਸਭ ਕੁਝ ਤਬਾਹ ਕਰਨਾ ਚਾਹੁੰਦਾ ਸੀ ਜੋ ਰੱਬ ਨੇ ਬਣਾਇਆ ਸੀ। ਉਹਨੇ ਹਵਾ ਨਾਲ ਗੱਲ ਕਰਨ ਦਾ ਇੱਕ ਮੌਕਾ ਲੱਭਿਆ ਅਤੇ ਇੰਜ ਉਸਨੇ ਸੋਹਣੀ ਮਖਲੂਕ ਦਾ ਰੂਪ ਧਾਰ ਕੇ ਉਹਦੇ ਮੂੰਹੋਂ ਬੋਲਿਆ, ਰੱਬ ਨੇ ਕਿਹਾ ਹੈ ਕਿ ਤੁਸੀਂ ਬਾਗ ਦੇ ਹਰ ਦਰਖਤ ਦਾ ਫਲ ਨਹੀਂ ਖਾ ਸਕਦੇ। ਉਸਨੇ ਆਖਿਆ ਕਿ ਉਸ ਇੱਕ ਦਰਖਤ ਦੇ ਇਲਾਵਾ ਅਸੀਂ ਬਾਗ ਦੇ ਹਰ ਦਰਖਤ ਦਾ ਫਲ ਖਾ ਸਕਦੇ ਹਾਂ, ਪਰ ਜੇ ਅਸੀਂ ਉਸ ਨੂੰ ਛੂਇਆ ਤੇ ਅਸੀਂ ਮਰ ਜਾਵਾਂਗੇ।
ਤੁਸੀਂ ਬਿਲਕੁਲ ਨਹੀਂ ਮਰੋਗੇ, ਸਗੋਂ ਖਾ ਕੇ ਤੁਸੀਂ ਖੁਦਾ ਵਰਗੇ ਹੋ ਜਾਓਗੇ। ਤੁਹਾਡੀਆਂ ਅੱਖਾਂ ਵੀ ਸਾਡੇ ਵਾਂਗੂ ਖੁੱਲ ਜਾਣਗੀਆਂ। ਤੁਹਾਨੂੰ ਵੀ ਮੇਰੇ ਤੋਂ ਤੁਹਾਡੇ ਬਾਰੇ ਸਭ ਪਤਾ ਲੱਗ ਜਾਏਗਾ। ਇਹ ਵੇਖਦਾ ਤਾਂ ਬਹੁਤ ਸੋਹਣਾ ਹੈ ਅਤੇ ਖਾਣ ਨੂੰ ਵੀ ਵਧੀਆ ਲੱਗਦਾ ਹੈ ਅਤੇ ਅਕਲ ਬਖਸ਼ਣ ਨੂੰ ਵੀ ਖੂਬ ਲੱਗਦਾ ਹੈ, ਪਰ ਖੁਦਾ ਨੇ ਤਾਂ ਇਸ ਫਲ ਖਾਣ ਨੂੰ ਮਨਾ ਕੀਤਾ ਹੈ। ਪਰ ਹਵਾ ਨੇਕ ਤੇ ਬਦ ਨਹੀਂ ਸਿਆਣਦੀ ਸੀ। ਹਵਾ ਨੇ ਪਰਮੇਸ਼ਵਰ ਦੀ ਨਾਫਰਮਾਨੀ ਕੀਤੀ ਤੇ ਉਸ ਫਲ ਨੂੰ ਲਿਆ ਤੇ ਖਾਧਾ। ਦੇਰ ਹੋ ਗਈ ਜਦ ਹਵਾ ਨੂੰ ਪਤਾ ਲੱਗਾ ਕਿ ਉਹਦੇ ਨਾਲ ਧੋਖਾ ਹੋ ਗਿਆ। ਉਹਦੇ ਨਾਲ ਉਹਦੀਆਂ ਨੇਕ ਤੇ ਬਦ ਦੀ ਪਛਾਣ ਲਈ ਅੱਖਾਂ ਖੁੱਲ੍ਹ ਗਈਆਂ, ਪਰ ਸ਼ੈਤਾਨ ਨੇ ਉਹਨੂੰ ਆਪਣੇ ਜਾਲ ਵਿੱਚ ਫਾ ਲਿਆ ਸੀ। ਹਵਾ ਨੇ ਉਹ ਫੜ ਲਿਆ ਤੇ ਆਪਣੇ ਸ਼ੋਹਰ ਨੂੰ ਵੀ ਦਿੱਤਾ। ਵੇਖ, ਮੈਂ ਨਹੀਂ ਮਰੀ, ਖਾ, ਇਹ ਤੁਹਾਨੂੰ ਵੀ ਅਕਲ ਬਖਸ਼ੇਗਾ। ਉਹਨਾਂ ਦੀਆਂ ਅੱਖਾਂ ਖੁੱਲ੍ਹ ਗਈਆਂ ਤੇ ਉਹ ਆਪਣੇ ਨੰਗੇਜ ਤੋਂ ਸ਼ਰਮਾਂਦੇ ਸਨ। ਅਸਾਂ ਇਹ ਕੀ ਕੀਤਾ? ਅਸਾਂ ਪਰਮੇਸ਼ਵਰ ਦੀ ਨਾਫਰਮਾਨੀ ਕੀਤੀ ਏ। ਉਹ ਆਉਂਦਾ ਹੀ ਹੋਵੇਗਾ। ਸਾਨੂੰ ਆਪਣੇ ਨੰਗੇਜ ਨੂੰ ਕੱਜਣਾ ਚਾਹੀਦਾ ਏ। ਆਦਮ, ਤੂੰ ਕਿੱਥੇ ਵੇਂ? ਮੈਂ ਤੇਰੀ ਆਵਾਜ਼ ਸੁਣੀ ਤੇ ਮੈਂ ਡਰਿਆ, ਕਿਉਂ ਜੇ ਮੈਂ ਨੰਗਾ ਸਾਂ। ਤੈਨੂੰ ਕਿਸ ਦੱਸਿਆ ਕਿ ਤੂੰ ਨੰਗਾ ਹੈ? ਕੀ ਤੂੰ ਮੇਰੀ ਹੁਕਮ ਅਦੂਲੀ ਕੀਤੀ ਤੇ ਉਸ ਰੁੱਖ ਦਾ ਫਲ ਖਾਧਾ ਜਿਸ ਤੋਂ ਮੈਂ ਤੈਨੂੰ ਮਨਾ ਕੀਤਾ ਸੀ? ਔਰਤ ਜਿਹੜੀ ਤੂੰ ਮੈਨੂੰ ਦਿੱਤੀ ਉਹਦੀ ਵਜ੍ਹਾ ਨਾਲ ਇਹ ਹੋਇਆ। ਸੱਪ ਨੇ ਮੈਨੂੰ ਕੁਰਾਹੇ ਪਾਇਆ। ਉਹਨੇ ਕਿਹਾ ਕਿ ਮੈਂ ਨਹੀਂ ਮਰਾਂਗੀ ਤੇ ਮੈਂ ਤੇਰੇ ਵਾਂਗੂ ਹੋ ਜਾਵਾਂਗੀ, ਪਰ ਮੈਂ ਤੇਰੇ ਵਰਗੀ ਨਹੀਂ ਬਣੀ, ਸਗੋਂ ਮੈਨੂੰ ਬਹੁਤ ਮਾੜਾ ਲੱਗ ਰਿਹਾ ਹੈ। ਪਰਮੇਸ਼ਵਰ ਨੇ ਸੱਪ ਤੇ ਲਾਨਤ ਪਾਈ ਤੇ ਕਿਹਾ, ਇਸ ਲਈ ਕਿ ਤੂੰ ਇਹ ਕੀਤਾ ਹੈ, ਤੂੰ ਢਿੱਡ ਪਰਨੇ ਟੁਰੇਗਾ ਤੇ ਸਾਰੀ ਹਯਾਤੀ ਮਿੱਟੀ ਚੱਟਦਾ ਰਹੇਗਾ। ਮੈਂ ਤੇਰੀ ਤੇ ਔਰਤ ਦੀ ਨਸਲ ਦੇ ਵਿਚਕਾਲੇ ਵੈਰ ਪਾ ਦਿਆਂਗਾ। ਤੇਰੀ ਨਸਲ ਉਹਦੀ ਅੱਡੀ ਤੇ ਵੱਢੇਗੀ ਅਤੇ ਉਹ ਤੇਰੇ ਸਿਰ ਨੂੰ ਮਿੱਧੇਗਾ। ਇਹ ਆਉਣ ਵਾਲੇ ਵੇਲੇ ਦੀ ਇੱਕ ਵੱਡੀ ਲੜਾਈ ਬਾਰੇ ਵਾਅਦਾ ਸੀ ਕਿ ਉਹ ਵੇਲਾ ਆਏਗਾ ਜਦ ਔਰਤ ਦੀ ਨਸਲ ਵਿੱਚੋਂ ਸ਼ੈਤਾਨ ਨੂੰ ਸ਼ਿਕਸਤ ਦਿੱਤੀ ਜਾਏਗੀ। ਇਹ ਬੰਦਾ ਬਣੀ ਆਦਮ ਨੂੰ ਗੁਨਾਹ ਤੇ ਮੌਤ ਦੀ ਲਾਹਨਤ ਤੋਂ ਛੁਡਾ ਕੇ ਖੁਦਾ ਦੇ ਨਾਲ ਮੇਲ ਕਰਵਾਏਗਾ। ਪਰਮੇਸ਼ਵਰ ਲੂਸੀਫਰ ਤੇ ਉਸ ਦੇ ਲਸ਼ਕਰ ਨੂੰ ਫੌਰਨ ਮਾਰ ਸਕਦਾ ਸੀ, ਪਰ ਖੁਦਾ ਨੇ ਉਹਨੂੰ ਬਣੀ ਆਦਮ ਨੂੰ ਆਜ਼ਮਾਵਣ ਦੀ ਇਜਾਜ਼ਤ ਦਿੱਤੀ। ਕੀ ਇਨਸਾਨ ਖੁਦਾ ਦੀ ਫਰਮਾਬਰਦਾਰੀ ਕਰਨਗੇ ਜਾਂ ਫਿਰ ਉਹ ਬਗਾਵਤ ਕਰਦੇ ਹੋਏ ਸ਼ੈਤਾਨ ਦੇ ਮੰਨਣ ਵਾਲੇ ਬਣਨਗੇ? ਪਰਮੇਸ਼ਵਰ ਨੇ ਬਣੀ ਆਦਮ ਨੂੰ ਲਾਨਤ ਪਾਉਂਦਿਆਂ ਹੋਇਆ ਫਰਮਾਇਆ, ਆਦਮ, ਕਿਉਂ ਜੋ ਤੂੰ ਆਪਣੀ ਬੀਵੀ ਦੀ ਗੱਲ ਮੰਨੀ ਤੇ ਨਾਫਰਮਾਨੀ ਕੀਤੀ, ਇਸ ਲਈ ਜ਼ਮੀਨ ਤੇਰੇ ਲਈ ਲਾਨਤੀ ਹੋਈ। ਉਹ ਤੇਰੇ ਲਈ ਕੰਡੇ ਉਗਾਏਗੀ ਤੇ ਤੂੰ ਖੇਤ ਦੀ ਸਬਜ਼ੀ ਖਾਏਗਾ। ਮਿਹਨਤ ਦੇ ਨਾਲ ਤੂੰ ਸਾਰੀ ਹਯਾਤੀ ਉਸ ਦੀ ਪੈਦਾਵਾਰ ਖਾਏਗਾ। ਜਦ ਤੱਕ ਤੂੰ ਜੀਏਗਾ ਤੂੰ ਦੁੱਖ ਉਠਾਏਗਾ। ਤੂੰ ਆਪਣੇ ਮੂੰਹ ਦੇ ਪਸੀਨੇ ਦੀ ਰੋਟੀ ਖਾਏਗਾ ਜਦ ਤੱਕ ਤੂੰ ਜ਼ਮੀਨ ਵਿੱਚ ਫੇਰ ਨਾ ਲੌਟ ਜਾਏ, ਇਸ ਲਈ ਕਿ ਤੂੰ ਖਾ ਕੇ ਤੇ ਫਿਰ ਖਾਕ ਵਿੱਚ ਪਰਤ ਜਾਏਗਾ। ਹੁਣ ਵੇਲਾ ਸੀ ਕਿ ਆਦਮ ਤੇ ਹਵਾ ਪਰਮੇਸ਼ਵਰ ਦੇ ਫਰਮਾਨ ਦੇ ਮੁਤਾਬਕ ਮਰ ਜਾਂਦੇ, ਪਰ ਖੁਦਾ ਨੇ ਉਹਨਾਂ ਨੂੰ ਮਾਰਨ ਦੀ ਥਾਂ ਤੇ ਜਾਨਵਰ ਜ਼ਿਬਾ ਕੀਤੇ ਤੇ ਉਹਨਾਂ ਦੀ ਖਲ ਦੇ ਨਾਲ ਉਹਨਾਂ ਦੇ ਵਸਤਰ ਬਣਾਏ। ਉਹਨੇ ਸਾਨੂੰ ਨਹੀਂ ਮਾਰਿਆ, ਅਸੀਂ ਹਜੇ ਤੱਕ ਜਿਉਂਦੇ ਹਾਂ। ਉਹਨੇ ਸਾਡੀ ਥਾਂ ਤੇ ਜਾਨਵਰਾਂ ਨੂੰ ਜ਼ਿਬਾ ਕੀਤਾ। ਆਦਮ ਤੇ ਹਵਾ ਉਸੇ ਦਿਹਾੜੇ ਨਹੀਂ ਮਰੇ ਸਨ, ਕਿਉਂਕਿ ਖੁਦਾ ਨੇ ਮਾਸੂਮ ਜਾਨਵਰਾਂ ਨੂੰ ਉਹਨਾਂ ਦੀ ਖਾਤਰ ਜ਼ਿਬਾ ਕੀਤਾ, ਪਰ ਉਹਨਾਂ ਤੇ ਮੌਤ ਦਾ ਹੁਕਮ ਹੋ ਚੁੱਕਿਆ ਸੀ ਤੇ ਆਖਰਕਾਰ ਉਹਨਾਂ ਨੂੰ ਵੀ ਮਰਨਾ ਸੀ। ਗੁਨਾਹ ਦੀ ਮਜ਼ਦੂਰੀ ਮੌਤ ਹੈ। ਬਸ ਆਦਮ ਤੇ ਹਵਾ ਦੋਹੇ ਗੁਨਾਹਗਾਰ ਸਨ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਖੂਬਸੂਰਤ ਬਾਗੇ ਅਦਨ ਤੋਂ ਕੱਢ ਦਿੱਤਾ, ਤਾਂ ਜੋ ਇੰਜ ਨਾ ਹੋਵੇ ਕਿ ਉਹ ਜ਼ਿੰਦਗੀ ਦੇ ਦਰਖਤ ਤੋਂ ਵੀ ਖਾਵਣ ਤੇ ਆਪਣੀ ਗੁਨਾਹ ਦੀ ਹਾਲਤ ਵਿੱਚ ਹਮੇਸ਼ਾ ਜਿਉਂਦੇ ਰਹਿਣ। ਖੁਦਾ ਨੇ ਖਾਸ ਆਪਣੇ ਕਰੂਬੀਆਂ ਨੂੰ ਮੁਕਰਰ ਕੀਤਾ ਤਾਂ ਜੋ ਉੱਥੇ ਕੋਈ ਵੜ ਨਾ ਸਕੇ ਅਤੇ ਜ਼ਿੰਦਗੀ ਦੇ ਦਰਖਤ ਦੀ ਰਾਖੀ ਕਰਨ। ਅਖੀਰ ਬਾਗੇ ਅਦਨ ਉਜੜ ਗਿਆ ਤੇ ਉਸ ਨੂੰ ਜ਼ਮੀਨ ਤੋਂ ਚੁੱਕ ਲਿਆ ਗਿਆ। ਇੱਕ ਦਿਹਾੜੇ ਉਹ ਦਰਖਤ ਮੁੜ ਕੇ ਜ਼ਮੀਨ ਤੇ ਆਏਗਾ, ਪਰ ਅਜੇ ਇਸ ਕਹਾਣੀ ਬਾਰੇ ਬਹੁਤ ਕੁਝ ਦੱਸਣਾ ਬਾਕੀ ਹੈ। ਆਦਮ ਤੇ ਹਵਾ ਦੇ ਕਈ ਬੱਚੇ ਹੋਏ। ਉਹਨਾਂ ਬਾਲਾਂ ਦੇ ਧੀਆਂ ਪੁੱਤ ਇੱਕ ਦੂਜੇ ਨਾਲ ਸ਼ਾਦੀਆਂ ਕੀਤੀਆਂ ਤੇ ਇੰਜ ਉਹਨਾਂ ਦੀ ਨਸਲ ਵੱਧਦੀ ਗਈ। ਉਹਨਾਂ ਦਾ ਪਲੇਠੀ ਦਾ ਪੁੱਤ ਕਾਇਨ ਸੀ, ਉਹ ਸਬਜ਼ੀਆਂ ਤੇ ਫਲ ਉਗਾਉਂਦਾ ਸੀ। ਉਹਨਾਂ ਦਾ ਦੂਜਾ ਪੁੱਤ ਹਾਬਿਲ ਸੀ, ਉਹ ਭੇਡ ਬੱਕਰੀਆਂ ਚਰਾਉਂਦਾ ਸੀ। ਕੀ ਇਹਨਾਂ ਵਿੱਚੋਂ ਵਾਅਦੇ ਦਾ ਫਰਜ਼ੰਦ ਹੁੰਦਿਆਂ ਹੋਇਆਂ ਕੋਈ ਸ਼ੈਤਾਨ ਦੇ ਮਨਸੂਬਿਆਂ ਨੂੰ ਬਰਬਾਦ ਕਰ ਸਕਦਾ ਸੀ?
ਕਾਇਨ ਤੇ ਹਾਬਿਲ ਨੇ ਬਾਗੇ ਅਦਨ ਵਿੱਚ ਪੇਸ਼ ਆਉਣ ਵਾਲੇ ਵਾਕਿਆਤ ਬਾਰੇ ਸੁਣਿਆ ਸੀ, ਪਰ ਹੁਣ ਖੁਦਾ ਬਨੀ ਆਦਮ ਨਾਲ ਪਹਿਲਾਂ ਵਾਂਗ ਕਲਾਮ ਨਹੀਂ ਕਰਦਾ ਸੀ। ਆਦਮ ਅਤੇ ਉਸ ਦੀ ਨਸਲ ਖੁਦਾ ਤੋਂ ਨਾਫਰਮਾਨੀ ਦੀ ਵਜ੍ਹਾ ਨਾਲ ਦੂਰ ਹੋ ਚੁੱਕੀ ਸੀ। ਪਰਮੇਸ਼ਵਰ ਤੋਂ ਬਗੈਰ ਜ਼ਿੰਦਗੀ ਬਹੁਤ ਮੁਸ਼ਕਿਲ ਸੀ। ਫਿਰ ਅਜਿਹਾ ਦਿਨ ਵੀ ਆਇਆ ਜਿਸ ਦਿਨ ਆਦਮ ਦੇ ਦੋਹੇ ਪੁੱਤਰਾਂ ਨੇ ਖੁਦਾ ਦੀ ਇਬਾਦਤ ਕਰਨ ਲਈ ਸੋਚਿਆ। ਉਹਨਾਂ ਦੇ ਬਾਪ ਨੇ ਉਹਨਾਂ ਨੂੰ ਬਾਗੇ ਅਦਨ ਵਿੱਚ ਜ਼ਿਬਾ ਹੋਣ ਵਾਲੇ ਜਾਨਵਰਾਂ ਦੇ ਬਾਰੇ ਦੱਸਿਆ ਸੀ। ਹਾਬਲ ਨੇ ਈਮਾਨ ਰੱਖਦੇ ਹੋਏ ਜਨੌਰ ਜ਼ਿਬਾ ਕਰਕੇ ਪਰਮੇਸ਼ਵਰ ਨੂੰ ਪੇਸ਼ ਕੀਤਾ। ਐ ਖੁਦਾ, ਮੈਂ ਇੱਕ ਗੁਨਾਹਗਾਰ ਇਨਸਾਨ ਹਾਂ। ਮੈਂ ਇਸ ਲੇਲੇ ਨੂੰ ਆਪਣੀ ਜਾਨ ਦੇ ਫਿਦਿਏ ਦੇ ਤੌਰ ਤੇ ਪੇਸ਼ ਕੀਤਾ ਆ। ਕਾਇਨ ਨੇ ਵੀ ਖੁਦਾ ਨੂੰ ਬਿਹਤਰੀਨ ਕੁਰਬਾਨੀ ਪੇਸ਼ ਕੀਤੀ, ਪਰ ਉਹ ਖੂਨ ਦੀ ਕੁਰਬਾਨੀ ਨਹੀਂ ਸੀ। ਕਾਇਨ ਇਸ ਗੱਲ ਤੋਂ ਬੇਖਬਰ ਰਿਹਾ ਕਿ ਉਹਦੇ ਗੁਨਾਹ ਨੇ ਪਰਮੇਸ਼ਵਰ ਨੂੰ ਨਾਰਾਜ਼ ਕੀਤਾ ਹੈ। ਐ ਪਰਮੇਸ਼ਵਰ, ਮੇਰੀ ਇਸ ਬਿਹਤਰੀਨ ਕੁਰਬਾਨੀ ਨੂੰ ਕਬੂਲ ਫਰਮਾ। ਕੀ ਇਹਨਾਂ ਬੰਦਿਆਂ ਵਿੱਚੋਂ ਕੋਈ ਵਾਅਦੇ ਦਾ ਨਜਾਤ ਦਹਿੰਦਾ ਹੋਏਗਾ? ਨਹੀਂ ਕਾਇਨ। ਪਰਮੇਸ਼ਵਰ ਨੇ ਕਾਇਨ ਦੀ ਕੁਰਬਾਨੀ ਨੂੰ ਰੱਦ ਕਰ ਦਿੱਤਾ ਕਿਉਂਕਿ ਉਹ ਖੂਨ ਦੀ ਕੁਰਬਾਨੀ ਨਹੀਂ ਸੀ। ਰੱਬ ਹਾਬਲ ਦੀ ਕੁਰਬਾਨੀ ਤੋਂ ਖੁਸ਼ ਹੋਇਆ ਤੇ ਜਦੋਂ ਉਹਨੇ ਮਾਸੂਮ ਲੇਲੇ ਦੇ ਵਗਾਏ ਲਹੂ ਨੂੰ ਵੇਖਿਆ ਤੇ ਉਹਨੂੰ ਮਾਫ ਕਰ ਦਿੱਤਾ। ਖੁਦਾ ਨੇ ਕਾਇਨ ਨੂੰ ਕਿਹਾ, ਜੇ ਤੂੰ ਉਹੀ ਕਰੇਗਾ ਜੋ ਤੈਨੂੰ ਫੱਬਦਾ ਹੈ ਤਾਂ ਮੈਂ ਤੇਥੋਂ ਵੀ ਖੁਸ਼ ਹੋਵਾਂਗਾ, ਸਗੋਂ ਤੂੰ ਆਪਣੇ ਭਰਾ ਹਾਬਲ ਤੇ ਹੁਕਮਰਾਨੀ ਕਰੇਗਾ ਅਤੇ ਉਹ ਤੇਰਾ ਮੁਤਾਹਤ ਰਹੇਗਾ। ਕੀ ਤੂੰ ਮੇਰੇ ਤੋਂ ਵਧੀਆ ਹੈ? ਮੇਰੀਆਂ ਸਬਜ਼ੀਆਂ ਤੇ ਫਲ ਇਸ ਜ਼ਿਬਾ ਕੀਤੇ ਹੋਏ ਲੇਲੇ ਤੋਂ ਜ਼ਿਆਦਾ ਕੀਮਤੀ ਨੇ। ਕੀ ਤੂੰ ਮੇਰੇ ਤੋਂ ਬਹੁਤਾ ਖਾਸ ਹੈ? ਮੇਰੇ ਭਰਾ, ਅਜੇ ਵੀ ਤੂੰ ਖੂਨ ਦੀ ਕੁਰਬਾਨੀ ਪੇਸ਼ ਕਰ ਸਕਦਾ ਆ। ਹੁਣ ਮੈਂ ਤੇਰੀ ਉੱਕਾ ਹੀ ਨਹੀਂ ਸੁਣਾਂਗਾ। ਹਾਬਲ ਦੀ ਮੌਤ ਹੋ ਗਈ ਤੇ ਕਾਇਨ ਕਤਲ ਦੇ ਪਾਪ ਨੂੰ ਲੁਕਾਉਣ ਲੱਗਾ। ਪਰ ਕਾਇਨ ਆਪਣੇ ਪਾਪ ਨੂੰ ਖੁਦਾ ਤੋਂ ਲੁਕਾ ਨਾ ਸਕਿਆ। ਪਰਮੇਸ਼ਵਰ ਸਭ ਕੁਝ ਦੇਖਦਾ ਏ ਤੇ ਜਾਣਦਾ ਏ। ਕਾਇਨ, ਤੇਰਾ ਵੀਰ ਹਾਬਲ ਕਿੱਥੇ? ਮੈਨੂੰ ਕੀ ਪਤਾ? ਕੀ ਮੈਂ ਉਹਦੀ ਰਾਖੀ ਕਰਨੂ ਹਾਂ? ਤੇਰੇ ਭਰਾ ਦਾ ਲਹੂ ਅਜੇ ਤੱਕ ਜ਼ਮੀਨ ਤੇ। ਇਹ ਤੇਰੇ ਪਾਪ ਦਾ ਚੀਖ ਚੀਖ ਕੇ ਮੈਨੂੰ ਦੱਸਦਾ ਹੈ। ਖੁਦਾਵੰਦ ਸਭ ਕੁਝ ਜਾਣਦਾ ਹੈ। ਉਹ ਹਰ ਇੱਕ ਨੂੰ ਹਰ ਵੇਲੇ ਵੇਂਦਾ ਹੈ। ਉਸ ਤੋਂ ਕੁਝ ਵੀ ਲੁਕਿਆ ਨਹੀਂ। ਉਹਨੇ ਵੇਖਿਆ ਜੋ ਕਾਇਨ ਨੇ ਹਾਬਲ ਨਾਲ ਕੀਤਾ। ਪਰਮੇਸ਼ਵਰ ਨੇ ਕਾਇਨ ਤੇ ਲਾਨਤ ਭੇਜੀ ਤੇ ਉਹ ਜੰਗਲਾਂ ਵਿੱਚ ਆਪਣੀ ਬੀਵੀ ਨੂੰ ਲੈ ਕੇ ਨੱਸ ਗਿਆ। ਉਹਦੇ ਗੁਨਾਹ ਦੇ ਅਹਿਸਾਸ ਨੇ ਉਹਨੂੰ ਗਮ ਤੇ ਤਕਲੀਫ ਵਿੱਚ ਪਾ ਦਿੱਤਾ। ਕਾਇਨ ਵਾਅਦੇ ਦਾ ਨਜਾਤ ਦਹਿੰਦਾ ਨਹੀਂ ਬਣ ਸਕਦਾ ਸੀ, ਸਗੋਂ ਉਹਨੂੰ ਆਪ ਨਜਾਤ ਦੀ ਲੋੜ ਸੀ। ਖੁਦਾਵੰਦ ਦਾ ਜੋ ਵਾਅਦਾ ਇੱਕ ਨਜਾਤ ਬਖਸ਼ਣ ਵਾਲੇ ਬੇਟੇ ਦੇ ਬਾਰੇ ਵਿੱਚ ਸੀ, ਉਸ ਦਾ ਕੀ ਬਣਿਆ? ਆਦਮ ਤੇ ਹਵਾ ਦਾ ਇੱਕ ਹੋਰ ਪੁੱਤਰ ਹੋਇਆ ਅਤੇ ਉਸ ਦਾ ਨਾਂ ਸੀਤ ਸੀ। ਉਹਨਾਂ ਦੇ ਕਈ ਹੋਰ ਪੁੱਤਰ ਤੇ ਧੀਆਂ ਜੰਮੇ। ਜਦ ਸ਼ੁਰੂ ਵਿੱਚ ਇਨਸਾਨ ਬਣਾਇਆ ਗਿਆ ਤੇ ਉਸ ਵੇਲੇ ਉਹ ਜੀਨਸ ਬਣਨਾ ਨਹੀਂ ਸ਼ੁਰੂ ਹੋਏ ਸਨ ਜਿਹੜੇ ਰਿਸ਼ਤੇਦਾਰਾਂ ਦੀ ਆਪਸ 'ਚ ਸ਼ਾਦੀਆਂ ਦੀ ਵਜ੍ਹਾ ਤੋਂ ਬਿਮਾਰ ਬੱਚੇ ਪੈਦਾ ਕਰਦੇ ਸੀ। ਪਰ ਬਾਅਦ ਵਿੱਚ ਜਦੋਂ ਇਹ ਵੱਡਾ ਮਸਲਾ ਬਣ ਗਿਆ ਤੇ ਖੁਦਾਵੰਦ ਨੇ ਨੇੜੇ ਦੇ ਰਿਸ਼ਤੇਦਾਰਾਂ ਵਿੱਚ ਸ਼ਾਦੀ ਨਾ ਕਰਨ ਦਾ ਹੁਕਮ ਦਿੱਤਾ। ਖੁਦਾਵੰਦ ਨੇ ਮੈਨੂੰ ਇੱਕ ਹੋਰ ਪੁੱਤਰ ਬਖਸ਼ਿਆ ਹੈ ਜਿਹੜਾ ਉਸ ਦੀ ਥਾਂ ਲਵੇਗਾ ਜਿਹਨੂੰ ਕਾਇਨ ਨੇ ਮਾਰ ਦਿੱਤਾ ਸੀ। ਸੀਤ ਦਾ ਇੱਕ ਪੁੱਤਰ ਹੋਇਆ ਤੇ ਉਹਦੇ ਪੁੱਤਰ ਦਾ ਵੀ ਇੱਕ ਪੁੱਤ ਹੋਇਆ ਤੇ ਹੋਰ ਕਈ ਪੁੱਤਰ ਪੈਦਾ ਹੋਏ। ਪਰ ਅਜਿਹੇ ਤੇ ਕੋਈ ਵੀ ਗੁਨਾਹ ਦੀ ਲਾਨਤ ਤੇ ਮੌਤ ਨੂੰ ਖਤਮ ਕਰਨ ਲਈ ਨਹੀਂ ਆਇਆ ਸੀ। ਛੇਤੀ ਜ਼ਮੀਨ ਬੜੇ ਸ਼ਹਿਰਾਂ, ਪਿੰਡਾਂ ਤੇ ਖੇਤਾਂ ਨਾਲ ਭਰ ਗਈ। ਹਰ ਨਵੀਂ ਨਸਲ ਦੇ ਨਾਲ ਜਿਵੇਂ ਹੀ ਲੋਕ ਵੱਧਦੇ ਰਹੇ, ਗੁਨਾਹ ਵੀ ਵੱਧਦਾ ਰਿਹਾ। ਲੋਕ ਜਿਨਸੀ ਗੁਨਾਹ ਕਰਨ ਲੱਗੇ ਤੇ ਤਸ਼ੱਦਦ ਪਸੰਦ ਹੋ ਗਏ। ਹਰ ਸੋਚ ਹੀ ਗੁਨਾਹਗਾਰ ਸੀ, ਕੋਈ ਵੀ ਸਿੱਧੇ ਰਾਹ ਤੇ ਨਹੀਂ ਸੀ। ਆਦਮ ਨੇ ਤਾਂ ਇੱਕ ਗੁਨਾਹ ਕੀਤਾ ਸੀ, ਪਰ ਹੁਣ ਲੋਕਾਂ ਨੇ ਬਹੁਤ ਗੁਨਾਹ ਕੀਤੇ। ਖੁਦਾਵੰਦ ਨੇ ਫਰਮਾਇਆ, ਮੈਂ ਜ਼ਮੀਨ ਤੇ ਇਨਸਾਨ ਨੂੰ ਬਣਾ ਕੇ ਪਛਤਾਉਂਦਾ ਹਾਂ। ਮੈਂ ਜ਼ਮੀਨ ਤੇ ਹਰ ਜਿਉਂਦੀ ਸ਼ੈ ਨੂੰ ਤਬਾਹ ਕਰ ਦੇਵਾਂਗਾ। ਹੁਣ ਤੀਕਰ 9 ਨਸਲਾਂ 1400 ਸਾਲ ਗੁਜ਼ਰ ਚੁੱਕੀਆਂ ਸਨ ਤੇ ਜ਼ਮੀਨ ਗੁਨਾਹ ਨਾਲ ਭਰੀ ਸੀ। ਇਨਸਾਨ ਨੇ ਆਪਣੇ ਸਾਥੀ ਇਨਸਾਨਾਂ ਨੂੰ ਗੁਲਾਮ ਬਣਾ ਲਿਆ ਸੀ। ਕੀ ਪਰਮੇਸ਼ਵਰ ਦਾ ਕਦੇ ਅਜਿਹਾ ਘਰਾਨਾ ਹੋਏਗਾ ਜੋ ਉਹਦੇ ਨਾਲ ਮੁਹੱਬਤ ਕਰੇ ਤੇ ਉਸ ਦੀ ਫਰਮਾਬਰਦਾਰੀ ਕਰੇ? ਪਰ ਇੱਕ ਬੰਦਾ ਅਜਿਹਾ ਸੀ ਜਿਸ ਦਾ ਨਾਂ ਨੂਹ ਸੀ, ਜੋ ਅਦਾਲਤ ਤੇ ਯਕੀਨ ਰੱਖਦਾ ਸੀ ਤੇ ਹਮੇਸ਼ਾ ਨੇਕ ਕੰਮ ਕਰਦਾ ਸੀ। ਅਗਰਚੇ ਖੁਦਾਵੰਦ ਨੇ ਜ਼ਮੀਨ ਤੇ ਸਾਰਿਆਂ ਨੂੰ ਮਾਰਨ ਦਾ ਸੋਚਿਆ, ਪਰ ਰੱਬ ਉਸ ਬੰਦੇ ਤੇ ਉਹਦੇ ਖਾਨਦਾਨ ਤੇ ਮਿਹਰਬਾਨ ਹੋਇਆ ਤੇ ਉਹਨਾਂ ਨੂੰ ਨਾ ਮਾਰਨ ਦਾ ਫੈਸਲਾ ਕੀਤਾ।
ਨੂੰ ਮੈਂ ਇਸ ਧਰਤੀ ਤੇ ਪਾਣੀ ਦਾ ਤੂਫਾਨ ਕੱਲਣ ਵਾਲਾ ਹਾਂ। ਹਰ ਸਾਹ ਲੈਂਦੀ ਸ਼ੈ ਮਰ ਜਾਏਗੀ। ਤੈਨੂੰ ਆਪਣੇ ਆਪ ਨੂੰ, ਆਪਣੇ ਖਾਨਦਾਨ ਤੇ ਜਾਨਵਰਾਂ ਨੂੰ ਬਚਾਉਣ ਲਈ ਇੱਕ ਵੱਡੀ ਕਸ਼ਤੀ ਬਣਾਉਣੀ ਪਵੇਗੀ। ਆਪਣੇ ਨਾਲ ਕਸ਼ਤੀ ਵਿੱਚ ਜ਼ਮੀਨ ਤੇ ਮੌਜੂਦ ਹਰ ਜਾਨਵਰ ਦਾ ਇੱਕ ਜੋੜਾ ਲੈ ਕੇ ਜਾਵੀਂ। ਤੂੰ ਸਾਰੇ ਪਾਕ ਜਾਨਵਰਾਂ ਵਿੱਚੋਂ 7 ਨੂੰ ਨਾਲ ਲੈ ਕੇ ਜਾਣਾ। ਮੈਂ ਬੇੜੀ ਬਣਾਉਣ 'ਚ ਤੇਰੀ ਅਗਵਾਈ ਕਰਾਂਗਾ ਤੇ ਤੈਨੂੰ ਦੱਸਾਂਗਾ ਕਿ ਹਰ ਤੋਂ ਪਹਿਲਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ। ਕੀ ਨੂੰ ਵਾਅਦੇ ਦਾ ਫਰਜ਼ੰਦ ਹੋ ਸਕਦਾ ਸੀ? ਉਹ ਜਿਹੜਾ ਸ਼ੈਤਾਨ ਦੇ ਕੰਮਾਂ ਨੂੰ ਬਰਬਾਦ ਕਰਦਾ, ਕੀ ਉਹ ਖੁਦਾਵੰਦ ਦੀ ਫਰਮਾਬਰਦਾਰੀ ਕਰੇਗਾ ਜਾਂ ਉਹ ਵੀ ਨਾਕਾਮ ਹੋ ਜਾਏਗਾ? ਖੁਦਾਵੰਦ ਨੇ ਨੂਹ ਨੂੰ ਦੱਸਿਆ ਵੀ ਬੇੜੀ ਕਿੰਨੀ ਵੱਡੀ ਹੋਣੀ ਚਾਹੀਦੀ ਹੈ ਤਾਂ ਜੋ ਜ਼ਮੀਨ ਦੀ ਹਰ ਸਾਹ ਲੈਣ ਵਾਲੀ ਮਖਲੂਕ 'ਚੋਂ ਜੋੜੇ ਨੂੰ ਅਤੇ ਉਹਨਾਂ ਦੀ ਖੁਰਾਕ ਨੂੰ ਸੰਭਾਲ ਸਕੇ। ਆਉਣ ਵਾਲੀ ਹੜ੍ਹ ਦੀ ਤਬਾਹੀ ਦੇ ਨਾਲ ਹਰ ਇੱਕ ਸ਼ੈ ਦੇ ਖਤਮ ਹੋਣ ਦਾ ਸੋਚ ਕੇ ਨੂਹ ਬੜਾ ਉਦਾਸ ਸੀ। ਉਸਨੇ ਹਰ ਮੁਮਕਿਨ ਕੋਸ਼ਿਸ਼ ਉਹਨਾਂ ਨੂੰ ਖਬਰਦਾਰ ਕਰਨ 'ਚ ਕੀਤੀ ਕਿ ਉਹ ਗੁਨਾਹਾਂ ਤੋਂ ਬਾਜ਼ ਆਵੇ। ਮੈਂ ਤੁਹਾਨੂੰ ਅਖੀਰ ਵਾਰ ਦੱਸ ਰਿਹਾ ਹਾਂ, ਖੁਦਾਵੰਦ ਇੱਕ ਵੱਡੇ ਤੂਫਾਨ ਨਾਲ ਦੁਨੀਆ ਨੂੰ ਤਬਾਹ ਕਰਨ ਵਾਲਾ ਹੈ। ਤੁਸੀਂ ਮੇਰਾ ਯਕੀਨ ਕਰੋ ਤੇ ਮੇਰੇ ਨਾਲ ਬੇੜੀ ਵਿੱਚ ਆ ਜਾਓ। ਇੱਕ ਮੁਹੱਬਤ ਕਰਨ ਵਾਲਾ ਖੁਦਾਵੰਦ ਆਪਣੇ ਬੱਚਿਆਂ ਨੂੰ ਕਿਉਂ ਤਬਾਹ ਕਰੇਗਾ? ਗੁਨਾਹ ਦੀ ਵਜ੍ਹਾ ਨਾਲ ਤੁਹਾਨੂੰ ਗੁਨਾਹ ਤੋਂ ਬਾਜ਼ ਆਣਾ ਚਾਹੀਦਾ ਹੈ ਤੇ ਆਪਣੇ ਗਵਾਂਢੀ ਨਾਲ ਪਿਆਰ ਤੇ ਇਨਸਾਫ ਨਾਲ ਪੇਸ਼ ਆਓ। ਉਹ ਬੁੱਢੇ ਬੇਵਕੂਫ! 120 ਸਾਲਾਂ ਮਗਰੋਂ ਜਦੋਂ ਬੇੜੀ ਮੁਕੰਮਲ ਹੋ ਗਈ, ਖੁਦਾਵੰਦ ਨੇ ਸਾਰੀ ਜ਼ਮੀਨ ਉੱਤੋਂ ਜਾਨਵਰਾਂ ਨੂੰ ਨੂਹ ਦੇ ਕੋਲ ਆਉਣ ਲਈ ਸੱਦਿਆ। ਵੇਖੋ, ਹੋਰ ਜ਼ਿਆਦਾ ਜਾਨਵਰ ਆ ਰਹੇ ਨੇ। ਉਹ ਸਭ ਆਪਣੀ ਮਰਜ਼ੀ ਨਾਲ ਆ ਰਹੇ ਨੇ, ਜਿਵੇਂ ਕਿ ਉਹਨਾਂ ਨੂੰ ਕੋਈ ਸੱਦ ਰਿਹਾ ਹੋਵੇ। ਕੁਝ ਬਹੁਤ ਅਚਰਜ ਵਿਖਾਈ ਦਿੰਦੇ ਨੇ। ਮੈਨੂੰ ਨਹੀਂ ਪਤਾ ਕਿ ਇੰਜ ਦੇ ਜਾਨਵਰ ਵੀ ਮੌਜੂਦ ਨੇ। ਤੁਹਾਡਾ ਕੀ ਖਿਆਲ ਹੈ ਕਿ ਨੂੰ ਖੁਦਾਵੰਦ ਦੇ ਹੜ੍ਹ ਭੇਜਣ ਦੇ ਬਾਰੇ ਵਿੱਚ ਠੀਕ ਹੈ? ਨਹੀਂ, ਹੋ ਹੀ ਨਹੀਂ ਸਕਦਾ। ਪੂਰੀ ਜ਼ਮੀਨ ਤੇ ਹੜ੍ਹ ਲਈ ਇੰਨਾ ਪਾਣੀ ਕਿੱਥੋਂ ਆਵੇਗਾ? ਇੱਥੇ ਹੁਣ ਹੋਰ ਥਾਂ ਨਹੀਂ ਹੈ। ਇਹ ਅਖੀਰਲੇ ਜਾਨਵਰ ਨੇ। ਨੂਹ, ਹੁਣ ਵੇਲਾ ਆ ਗਿਆ ਹੈ। ਬੇੜੀ ਵਿੱਚ ਆਪਣੇ ਸਾਰੇ ਟੱਬਰ ਤੇ ਜਾਨਵਰਾਂ ਨਾਲ ਆ ਜਾ। ਜਲਦੀ ਇਹਨਾਂ ਸਾਰਿਆਂ ਲਈ ਬਹੁਤ ਦੇਰ ਹੋ ਜਾਏਗੀ ਕਿ ਉਹ ਆਪਣੇ ਪਾਪਾਂ ਤੋਂ ਤੋਬਾ ਕਰ। ਖੁਦਾ ਨੇ ਬੇੜੀ ਦਾ ਬੂਹਾ ਬੰਦ ਕਰ ਦਿੱਤਾ ਤੇ 7 ਦਿਨਾਂ ਤੱਕ ਕੁਝ ਨਾ ਹੋਇਆ। ਬੇਵਕੂਫਾਂ ਵੱਲ ਵੇਖੋ, ਜਿਹੜੇ ਜਾਨਵਰਾਂ ਦੇ ਨਾਲ ਸੁੱਕੀ ਜ਼ਮੀਨ ਦੇ ਵਿਚਕਾਰ ਵੱਡੀ ਕਸ਼ਤੀ 'ਚ ਬੰਦ ਨੇ, ਉਹ ਵੀ ਪਾਣੀ ਤੋਂ ਮੀਲਾਂ ਦੂਰ। ਮੈਂ ਸ਼ਰਤ ਲਾਣਾ ਸ਼ੇਰ ਉਹਨਾਂ ਨੂੰ ਖਾ ਵੀ ਚੁੱਕੇ ਹੋਣਗੇ। ਉਹ ਘੱਟੋ ਘੱਟ 1 ਹਫ਼ਤੇ ਤੋਂ ਉੱਥੇ ਨੇ। ਪਰ 7ਵੇਂ ਦਿਨ ਮੀਂਹ ਸ਼ੁਰੂ ਹੋ ਗਿਆ ਤੇ ਜ਼ਮੀਨ ਦੀ ਗਹਿਰਾਈ ਵਿੱਚ ਜਮ੍ਹਾਂ ਹੋਇਆ ਪਾਣੀ ਉਤਾਂ ਆ ਗਿਆ। ਮੈਂ ਇਹੋ ਜਿਹਾ ਪਹਿਲਾਂ ਕਦੀ ਨਹੀਂ ਵੇਖਿਆ। ਕਿ ਤੁਸੀਂ ਸਮਝਦੇ ਹੋ ਕਿ ਪਾਗਲ ਲੋਕ ਜੋ ਬੇੜੀ ਵਿੱਚ ਨੇ ਇਸ ਗੱਲ ਵਿੱਚ ਹੱਕ ਬਜਾਨਬ ਨੇ ਕਿ ਰੱਬ ਹਰ ਇੱਕ ਨੂੰ ਉਹਦੇ ਗੁਨਾਹ ਦੀ ਵਜ੍ਹਾ ਨਾਲ ਮਾਰਨਾ ਚਾਹੁੰਦਾ ਹੈ? ਝੱਲੇ ਨਾ ਬਣੋ, ਖੁਦਾ ਮੁਹੱਬਤ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬੰਦਾ ਠੀਕ ਹੋਵੇ ਤੇ ਬਾਕੀ ਸਾਰੇ ਮਜ਼ਹਬੀ ਰਹਿਨੁਮਾ ਗਲਤ ਹੋਣ? ਉਸ ਵਕਤ ਤੋਂ ਪਹਿਲਾਂ ਕਦੇ ਮੀਂਹ ਨਹੀਂ ਸੀ ਪਿਆ। ਮੌਸਮ ਹਮੇਸ਼ਾ ਖੁਸ਼ਗਵਾਰ ਰਹਿੰਦਾ ਸੀ ਤੇ ਜ਼ਮੀਨ ਦੀ ਸਤ੍ਹਾ ਤੋਂ ਕੋਹਰ ਉੱਠਦੀ ਤਾਂ ਜੋ ਜ਼ਮੀਨ ਸੈਰਾਬ ਕਰੇ। ਕਿਸੇ ਨੇ ਵੀ ਮੀਂਹ ਨਹੀਂ ਸੀ ਵੇਖਿਆ ਤੇ ਨਾ ਉਹਦੇ ਬਾਰੇ ਕਦੇ ਸੁਣਿਆ ਸੀ। ਕਈ ਲੋਕ ਸਮਝਦੇ ਸਨ ਕਿ ਨੂਹ ਸ਼ਦਾਈ ਏ, ਅਸਮਾਨੋਂ ਕਿੰਜ ਮੀਂਹ ਵਰਸ ਸਕਦਾ ਹੈ। ਪਰ ਨੂਹ ਨੇ ਇਸ ਗੱਲ ਦਾ ਯਕੀਨ ਕੀਤਾ ਕਿ ਜੋ ਖੁਦਾ ਨੇ ਫਰਮਾਇਆ ਸੀ। ਮੈਨੂੰ ਨੂਹ ਦੀ ਗੱਲ ਮੰਨ ਲੈਣੀ ਚਾਹੀਦੀ ਸੀ। ਮੈਂ ਡਾਡਾ ਝੱਲਾ ਹਾਂ। ਐ ਖੁਦਾ, ਮੇਰੇ ਬੱਚੇ ਨੂੰ ਬਚਾ। ਉਸ ਵੇਲੇ ਲੋਕਾਂ ਨੂੰ ਅਹਿਸਾਸ ਹੋਇਆ ਕਿ ਨੂਹ ਠੀਕ ਕਹਿ ਰਿਹਾ ਸੀ, ਪਰ ਡਾਢੀ ਦੇਰ ਹੋ ਚੁੱਕੀ ਸੀ। 40 ਦਿਹਾੜੇ ਤੇ ਰਾਤਾਂ ਮੀਂਹ ਵਰਦਾ ਰਿਹਾ, ਜਦੋਂ ਤੱਕ ਜ਼ਮੀਨ ਦੇ ਸਾਰੇ ਪਹਾੜ ਪਾਣੀ ਵਿੱਚ ਡੁੱਬ ਗਏ। ਹਰ ਸਾਹ ਲੈਣ ਵਾਲਾ ਜੀਵ ਜੰਤ ਮਰ ਗਿਆ, ਸਿਵਾਏ ਉਹਨਾਂ ਦੇ ਜਿਹੜੇ ਨੂਹ ਦੇ ਨਾਲ ਬੇੜੀ ਵਿੱਚ ਸਨ। ਉਹਨਾਂ ਨੂੰ ਕਸ਼ਤੀ ਵਿੱਚ 1 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਸੀ। ਮੈਂ ਖੁਸ਼ ਹੋਵਾਂਗੀ ਜਦੋਂ ਇਹ ਪਾਣੀ ਉਤਰੇਗਾ ਤੇ ਅਸੀਂ ਬੇੜੀ ਛੱਡਾਂਗੇ। ਅਖੀਰ ਨੂਹ ਨੇ ਇੱਕ ਕਬੂਤਰੀ ਉਡਾਈ ਤੇ ਉਹ ਆਪਣੇ ਮੂੰਹ ਵਿੱਚ ਇੱਕ ਟਾਹਣੀ ਲੈ ਕੇ ਪਰਤੀ। ਇਹਦਾ ਮਤਲਬ ਸੀ ਕਿ ਕਿਤੇ ਕੋਈ ਰੁੱਖ ਉਗਾਇਆ ਸੀ। ਬਾਅਦ ਵਿੱਚ ਨੂਹ ਨੇ ਉਸ ਕਬੂਤਰੀ ਨੂੰ ਫੇਰ ਉਡਾਇਆ ਪਰ ਉਹ ਵਾਪਸ ਨਾ ਮੁੜੀ। ਇਹਦਾ ਮਤਲਬ ਸੀ ਕਿ ਉਹਨੂੰ ਰਹਿਣ ਲਈ ਕੋਈ ਚੰਗੀ ਥਾਂ ਲੱਭ ਗਈ ਸੀ। ਫਿਰ ਬੇੜੀ ਇੱਕ ਪਹਾੜੀ ਦੀ ਚੋਟੀ ਜਿਹਦਾ ਨਾਂ ਅਰਾਰਾਤ ਸੀ ਤੇ ਰੁਕ ਗਈ। ਹਰ ਕਿਸੇ ਨੇ ਇੱਕ ਨਵੀਂ ਦੁਨੀਆ ਵਿੱਚ ਪੈਰ ਰੱਖਿਆ ਜਿਹੜੀ ਗੁਨਾਹਾਂ ਤੋਂ ਪਾਕ ਸੀ। ਨੂਹ ਨੇ ਇੱਕ ਮਜ਼ਬਾ ਬਣਾਇਆ ਤੇ ਖੁਦਾਵੰਦ ਅੱਗੇ ਜਾਨਵਰਾਂ ਦੀਆਂ ਕੁਰਬਾਨੀਆਂ ਪੇਸ਼ ਕੀਤੀਆਂ। ਅਗਰਚੇ ਨੂਹ ਵੀ ਇੱਕ ਇਨਸਾਨ ਸੀ, ਲੇਕਿਨ ਉਸ ਦੇ ਦਿਲ ਵਿੱਚ ਹਜੇ ਵੀ ਗੁਨਾਹ ਮੌਜੂਦ ਸੀ।
ਪਰ ਇਹ ਖੂਨ ਦੀਆਂ ਕੁਰਬਾਨੀਆਂ ਨੂਹ ਤੇ ਉਹਦੇ ਟੱਬਰ ਦੀਆਂ ਜਾਨਾਂ ਬਦਲੇ ਵਿੱਚ ਸੀ। ਜਾਨਵਰ ਉਹਨਾਂ 8 ਲੋਕਾਂ ਨੂੰ ਜ਼ਾਹਰ ਕਰ ਰਹੇ ਸਨ ਜਿਨ੍ਹਾਂ ਨੂੰ ਹੜ੍ਹ ਵਿੱਚ ਮਰ ਜਾਣਾ ਚਾਹੀਦਾ ਸੀ, ਪਰ ਉਹ ਖੁਦਾ ਦੇ ਫਜ਼ਲ ਨਾਲ ਬਚਾਏ ਗਏ। ਇਹ ਬਿਲਕੁਲ ਇੰਜ ਹੀ ਸੀ ਜਿਵੇਂ ਖੁਦਾਵੰਦ ਨੇ ਬਾਗੇ ਅਦਨ ਵਿੱਚ ਕੀਤਾ ਸੀ ਜਦੋਂ ਉਹਨੇ ਜਾਨਵਰਾਂ ਨੂੰ ਮਾਰ ਕੇ ਆਦਮ ਤੇ ਹਵਾ ਲਈ ਲਿਬਾਸ ਬਣਾਏ। ਮੈਂ ਤੁਹਾਨੂੰ ਯਾਦਗਾਰੀ ਦੇ ਤੌਰ ਤੇ ਆਸਮਾਨ ਵਿੱਚ ਇੱਕ ਸਤਰੰਗੀ ਪੀਂਘ ਦਿਆਂਗਾ ਕਿ ਮੈਂ ਮੁੜ ਕੇ ਕਦੇ ਜ਼ਮੀਨ ਨੂੰ ਪਾਣੀ ਨਾਲ ਤਬਾਹ ਨਹੀਂ ਕਰਾਂਗਾ। ਤੁਸੀਂ ਚੌਖੇ ਬਾਲ ਜੰਮੋ, ਵਧੋ ਫਲੋ ਤੇ ਸਾਰੀ ਜ਼ਮੀਨ ਨੂੰ ਮੁੜ ਕੇ ਆਬਾਦ ਕਰੋ। ਮੈਂ ਜਾਨਵਰ ਬਣਾਵਾਂਗਾ ਜੋ ਇਨਸਾਨ ਤੋਂ ਡਰਨਗੇ। ਤੁਸੀਂ ਹਰ ਉਹ ਮਖਲੂਕ ਖਾ ਸਕਦੇ ਹੋ ਜਿਹੜੀ ਜਿਉਂਦੀ ਹੈ ਤੇ ਜ਼ਮੀਨ ਤੇ ਰਿੜ੍ਹਦੀ ਹੈ, ਬਿਲਕੁਲ ਇੰਜ ਹੀ ਜਿਵੇਂ ਕਿ ਤੁਸੀਂ ਸਬਜ਼ੀਆਂ ਤੇ ਜੜੀ ਬੂਟੀਆਂ ਖਾਂਦੇ ਹੋ। ਪਰ ਤੁਸੀਂ ਕਿਸੇ ਜਾਨਵਰ ਦਾ ਖੂਨ ਨਾ ਪੀਣਾ, ਕਿਸੇ ਦਾ ਖੂਨ ਨਾ ਕਰਨਾ। ਜੇਕਰ ਕੋਈ ਕਿਸੇ ਨੂੰ ਕਤਲ ਕਰਨ ਦਾ ਜ਼ਿੰਮੇਦਾਰ ਬਣਿਆ ਤਾਂ ਉਹ ਵੀ ਦੂਜੇ ਇਨਸਾਨਾਂ ਹੱਥੋਂ ਮਾਰਿਆ ਜਾਏਗਾ। ਜੇ ਕੋਈ ਬੰਦਾ ਦੂਜੇ ਬੰਦੇ ਦਾ ਖੂਨ ਵਗਾਏਗਾ ਤਾਂ ਦੂਜੇ ਲੋਕਾਂ ਨੂੰ ਵੀ ਉਸ ਦੇ ਗੁਨਾਹ ਦੀ ਕੀਮਤ ਦੇ ਤੌਰ ਤੇ ਉਸ ਦਾ ਖੂਨ ਵਗਾਉਣਾ ਹੈ, ਕਿਉਂ ਜੇ ਖੂਨ ਵਿੱਚ ਜ਼ਿੰਦਗੀ ਹੈ। ਨੂਹ ਕਿਸਾਨ ਬਣਿਆ ਤੇ ਅੰਗੂਰ ਦੇ ਦਰਖਤ ਲਾਏ। ਨਵੀਂ ਦੁਨੀਆ ਸਿਰਫ 4 ਖਾਨਦਾਨਾਂ ਦੇ ਨਾਲ ਕੱਲੀ ਸੀ, ਪਰ ਛੇਤੀ ਹੀ ਉਹਦੇ 2 ਪੁੱਤਰਾਂ ਦੇ ਆਪਣੇ ਬੱਚੇ ਪੈਦਾ ਹੋਏ। ਨੂਹ ਨੇ ਕਾਢ ਕੱਢੀ ਵੀ ਇੱਕ ਫਲ ਨੂੰ ਭਾਂਡੇ ਵਿੱਚ ਰੱਖਣ ਤੇ ਉਹਨੂੰ ਕੁਝ ਹਫ਼ਤਿਆਂ ਤੀਕਰ ਛੱਡ ਦੇਣ ਨਾਲ ਇੱਕ ਨਸ਼ੇ ਵਾਲਾ ਸ਼ਰਬਤ ਤਿਆਰ ਹੋ ਜਾਂਦਾ ਹੈ, ਜਿਸ ਨੇ ਉਹਨੂੰ ਮਜ਼ਾਕੀਆ ਬਣਨ ਤੇ ਮਜਬੂਰ ਕੀਤਾ। ਨੂਹ ਨੂੰ ਉਹ ਸ਼ਰਬਤ ਇੰਨਾ ਪਸੰਦ ਸੀ ਕਿ ਬਾਜ਼ ਵੇਲੇ ਉਸ ਦੀ ਵਜ੍ਹਾ ਨਾਲ ਆਪਣੇ ਕੰਮ ਵੀ ਨਹੀਂ ਕਰ ਸਕਦਾ ਸੀ। ਉਹ ਨਸ਼ੇ ਵਿੱਚ ਤੁੱਤ ਹੋ ਕੇ ਡਿੱਗ ਪੈਂਦਾ। ਉਹ ਜਿਹੀਆਂ ਹਰਕਤਾਂ ਕਰ ਪੈਂਦਾ ਜੋ ਖੁਦਾਵੰਦ ਨੂੰ ਪਸੰਦ ਨਹੀਂ ਸਨ। ਇੱਕ ਦਿਹਾੜੇ ਨੂੰ ਇੰਨਾ ਨਸ਼ੇ ਵਿੱਚ ਸੀ ਕਿ ਉਹਨੇ ਆਪਣੇ ਆਪ ਨੂੰ ਨੰਗਾ ਕਰ ਲਿਆ ਤੇ ਆਪਣੇ ਹੋਸ਼ ਵਿੱਚ ਨਾ ਰਿਹਾ। ਉਸ ਦੇ ਪੁੱਤਰ ਹਾਮ ਦੀ ਆਪਣੇ ਪਿਓ ਦੇ ਨੰਗੇਜ ਤੇ ਨਿਗਾਹ ਪਈ ਤੇ ਉਸ ਵੇਖ ਮਖੌਲ ਕੀਤਾ। ਉਹਨੇ ਆਪਣੇ ਭਰਾ ਨੂੰ ਹਾਸੋ-ਹਾਣੀ ਦੇ ਅੰਦਾਜ਼ ਵਿੱਚ ਉਹ ਸਭ ਕੁਝ ਦੱਸਿਆ ਜੋ ਉਹਨੇ ਵੇਖਿਆ ਸੀ। ਜਦੋਂ ਨੂੰ ਜਾਗਿਆ, ਉਹਦੇ ਪੁੱਤਰਾਂ ਉਹਨੂੰ ਦੱਸਿਆ ਕਿ ਹਾਮ ਨੇ ਕੀ ਕੀਤਾ ਸੀ। ਤੇਰਾ ਪੁੱਤਰ ਕਨਾਨ ਤੇ ਉਸ ਦੀ ਨਸਲ ਤੇਰੇ ਭਰਾ ਸਾਮ ਦੀ ਨਸਲ ਦੇ ਗੁਲਾਮ ਹੋਣਗੇ। ਕਈ ਸਾਲਾਂ ਬਾਅਦ ਇਹ ਪੇਸ਼ਨਗੋਈ ਪੂਰੀ ਹੋਈ। ਕਨਾਨੀਆਂ ਨੇ ਫਲਸਤੀਨ ਤੇ ਕਬਜ਼ਾ ਕੀਤਾ ਤਾਂ ਅਖੀਰ ਯਹੂਦੀਆਂ ਦੇ ਗੁਲਾਮ ਬਣੇ। ਨੂਹ ਤੇ ਉਸ ਦੇ ਖਾਨਦਾਨ ਨੇ ਖੁਦਾਵੰਦ ਦੇ ਫਜ਼ਲ ਨਾਲ ਬਰਕਤ ਪਾਈ। ਪਰਮੇਸ਼ਵਰ ਨੇ ਉਹਨਾਂ 8 ਲੋਕਾਂ ਤੋਂ ਇਲਾਵਾ ਬਾਕੀ ਸਾਰਿਆਂ ਨੂੰ ਮਾਰ ਦਿੱਤਾ ਸੀ। ਕੁਝ ਚਿਰ ਬਾਅਦ ਯਾਫਤ ਮਗਰਬ ਤੇ ਸ਼ਮਾਲ ਵੱਲ ਰਹਿਣ ਤੇ ਵਧਣ ਫਲਣ ਲਈ ਚਲਾ ਗਿਆ। ਸਾਮ ਮਸ਼ਰਕ ਵੱਲ ਨੂੰ ਆਇਆ ਤੇ ਏਸ਼ੀਆ ਵਿੱਚ ਆਬਾਦ ਹੋਇਆ। ਹਾਮ ਦੱਖਣ ਵੱਲ ਗਿਆ ਤੇ ਅਫਰੀਕਾ ਤੇ ਜਨੂਬੀ ਏਸ਼ੀਆ ਵਿੱਚ ਆਬਾਦ ਹੋਇਆ। ਉਸ ਦੇ ਪੁੱਤਰ ਦੀ ਨਸਲ ਕਨਾਨੀ ਉਹ ਮਕਾਮ ਜਿਹੜਾ ਅੱਜ ਫਲਸਤੀਨ ਅਖਵਾਂਦਾ ਹੈ ਵਿੱਚ ਆਬਾਦ ਹੋਏ ਤੇ ਇੰਜ ਦੁਨੀਆ ਫਿਰ ਮੁੜ ਤੋਂ ਆਬਾਦ ਹੋਈ। ਨੂਹ ਦੇ ਪੁੱਤਰ ਹਾਮ ਦਾ ਇੱਕ ਬੇਟਾ ਹੋਇਆ ਜਿਸ ਦਾ ਨਾਮ ਕੂਸ਼ ਸੀ, ਅਤੇ ਫਿਰ ਕੂਸ਼ ਦਾ ਇੱਕ ਬੇਟਾ ਹੋਇਆ ਜਿਸ ਦਾ ਨਾਮ ਨਮਰੂਦ ਸੀ। ਨਮਰੂਦ ਵੱਡਾ ਹੋ ਕੇ ਇੱਕ ਤਾਕਤਵਰ ਸ਼ਿਕਾਰੀ ਬਣਿਆ ਤੇ ਸਾਰੀ ਧਰਤੀ ਤੇ ਨਾਮਵਰ ਹੋਇਆ। ਉਸਨੇ ਖੁਦਾ ਦੀ ਫਰਮਾਬਰਦਾਰੀ ਤੋਂ ਇਨਕਾਰ ਕੀਤਾ ਤੇ ਆਪਣਾ ਇੱਕ ਝੂਠਾ ਮਜ਼ਹਬ ਬਾਬਲ ਵਿੱਚ ਸ਼ੁਰੂ ਕੀਤਾ। ਬਾਬਲ ਦੇ ਲੋਕ ਜ਼ਮੀਨ ਤੇ ਫੈਲਣਾ ਤੇ ਆਬਾਦ ਹੋਣਾ ਨਹੀਂ ਚਾਹੁੰਦੇ ਸਨ ਜਿਵੇਂ ਕਿ ਖੁਦਾਵੰਦ ਨੇ ਹੁਕਮ ਦਿੱਤਾ ਸੀ। ਇਸ ਲਈ ਉਹ ਇਕੱਠੇ ਹੋਏ ਤੇ ਆਪਣੀ ਇਬਾਦਤ ਲਈ ਇੱਕ ਵੱਡਾ ਤੇ ਉੱਚਾ ਮਨਾਰ ਬਣਾਇਆ। ਪਰ ਜਿਸ ਦੀ ਉਹ ਇਬਾਦਤ ਕਰਦੇ ਪਏ ਸਨ ਉਹ ਉਹਨਾਂ ਦਾ ਖਾਲਕ ਨਹੀਂ ਸੀ। ਸ਼ੈਤਾਨ ਨੇ ਉਹਨਾਂ ਨੂੰ ਲੱਕੜ, ਪੱਥਰ ਤੇ ਲੋਹੇ ਦੇ ਬਣੇ ਹੋਏ ਦੇਵਤਾ ਬਣਾਉਣ ਲਈ ਉਭਾਰਿਆ। ਖੁਦਾਵੰਦ ਜ਼ਮੀਨ ਤੇ ਉਹਨਾਂ ਦੇ ਵਿਖਰਨ ਦੇ ਇਨਕਾਰ ਤੋਂ ਨਾਰਾਜ਼ ਸੀ ਤੇ ਫਿਰ ਉਸ ਨੇ ਉਹਨਾਂ ਵਿਚਕਾਲੇ ਵੱਖੋ-ਵੱਖ ਜ਼ਬਾਨਾਂ ਬੋਲਣ ਨੂੰ ਕੱਲੀਆਂ। ਮਜ਼ਦੂਰ ਇੱਕ ਦੂਜੇ ਦੀ ਜ਼ੁਬਾਨ ਨਾ ਸਮਝ ਸਕੇ, ਇਸ ਲਈ ਉਹ ਆਪਣਾ ਕੰਮ ਜਾਰੀ ਨਾ ਰੱਖ ਸਕੇ। ਹਰ ਜ਼ਬਾਨ ਦਾ ਜੱਥਾ ਵੱਖੋ-ਵੱਖ ਸਿਮਤਾਂ ਵੱਲ ਚਲਾ ਗਿਆ। ਕੁਝ ਲੋਕ ਜ਼ਮੀਨ ਦੇ ਦੂਰ ਦਰਾੜੇ ਦੇ ਇਲਾਕਿਆਂ ਵੱਲ ਚਲੇ ਗਏ, ਕੁਝ ਦੂਰ ਦਰਾੜੇ ਟਾਪੂਆਂ ਤੇ ਬੇੜੀਆਂ ਰਾਹੀਂ ਆਪਣੇ, ਕੁਝ ਸ਼ਮਾਲ ਵੱਲ ਗਏ ਜਿੱਥੇ ਬਹੁਤ ਠੰਡ ਸੀ ਤੇ ਕੁਝ ਥਲਾਂ ਵੱਲ ਗਏ ਜਿੱਥੇ ਗਰਮੀ ਸੀ। ਤੇ ਇੰਜ ਖੁਦਾਵੰਦ ਦਾ ਜ਼ਮੀਨ ਨੂੰ ਫੇਰ ਆਬਾਦ ਕਰਨ ਦਾ ਹੁਕਮ ਪੂਰਾ ਹੋਇਆ। ਜਿਵੇਂ ਜ਼ਮੀਨ ਲੋਕਾਂ ਨਾਲ ਭਰੀ, ਗੁਨਾਹ ਵੀ ਵੱਧ ਗਿਆ। ਲੋਕ ਬੁੱਤਾਂ ਅੱਗੇ ਝੁਕੇ ਤੇ ਜ਼ਿੰਦਾ ਖੁਦਾਵੰਦ ਨੂੰ ਭੁੱਲ ਗਏ।